ਸਤਿ ਸ਼੍ਰੀ ਅਕਾਲ ਸਰੋਤਿਓ, ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਬਾਠ। ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ। ਮੈਂ ਇੱਕ ਵਾਰੀ ਫਿਰ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ। ਪ੍ਰੋਗਰਾਮ ਸੱਚ ਦੀ ਆਵਾਜ਼। ਅੱਜ ਦਾ ਪ੍ਰੋਗਰਾਮ ਬੜਾ ਹੀ ਵਿਸ਼ੇਸ਼ ਤੇ ਖਾਸ ਹੋਣ ਜਾ ਰਿਹਾ ਹੈ। ਅੱਜ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਵੀ ਯੂਨੀਅਨ ਦੀ ਸਟ੍ਰਾਈਕ ਚੱਲਦੀ ਪਈ, ਫੈਡਰਲ ਵਰਕਰ ਨੇ ਸਟ੍ਰਾਈਕ ਕੀਤੀ ਹੋਈ ਆ। ਉਹਨਾਂ ਦੇ ਨੁਮਾਇੰਦੇ ਸਾਡੇ ਸਟੂਡੀਓ 'ਚ ਪਹੁੰਚੇ ਨੇ। ਕੰਗ ਸਾਹਿਬ ਮੇਰੇ ਨਾਲ ਨੇ, ਇਹ ਯੂਨੀਅਨ ਦਾ ਹਿੱਸਾ ਨੇ, ਇਹ ਖਜ਼ਾਨਚੀ ਵੀ ਨੇ ਯੰਗ ਵਰਕਰ ਜਿਹੜੀ ਇੱਕ ਸਬ ਕਮੇਟੀ ਆ ਯੂਨੀਅਨ ਦੀ। ਤੇ ਕੰਗ ਸਾਹਿਬ ਨਾਲ ਅੱਜ ਗੱਲਬਾਤ ਹੋਣ ਜਾ ਰਹੀ ਆ। ਜੀ ਕੰਗ ਸਾਹਿਬ, ਜੀ ਆਇਆਂ ਆਖਦੇ ਆ। ਜੀ ਆਇਆਂ ਨੂੰ ਜੀ। ਸਾਰੇ ਸਰੋਤਿਆਂ ਨੂੰ ਜੋ ਹਮਦਰਦ ਨੂੰ ਸੁਣਦੇ ਨੇ, ਜੀ ਆਇਆਂ ਨੂੰ। ਤੇ ਧੰਨਵਾਦ ਸਾਨੂੰ ਮੌਕਾ ਦੇਣ ਦਾ, ਹਮਦਰਦ ਮੀਡੀਆ ਗਰੁੱਪ ਸਾਡੀ ਆਵਾਜ਼ ਰੱਖਣ ਦਾ ਆਪਣੇ ਪੰਜਾਬੀ ਸਰੋਤਿਆਂ ਨਾਲ ਜੋ ਕਿ ਆਪਣੀ ਮੀਡੀਆ ਨੂੰ ਸੁਣਦੇ ਨੇ। ਤੇ ਬਹੁਤ ਧੰਨਵਾਦ ਜੀ। ਜੀ ਸਰੋਤਿਓ, ਯੂਨੀਅਨ ਕਿਤੇ ਨਾ ਕਿਤੇ ਜ਼ਰੂਰੀ ਸਮਝਦੀ ਆ ਵੀ ਜਿਹੜੀ ਪੰਜਾਬੀ ਇੱਕ ਸਾਊਥ ਏਸ਼ੀਅਨ ਭਾਸ਼ਾ, ਇਹ ਕੈਨੇਡਾ ਦਾ ਬੜਾ ਵੱਡਾ ਹਿੱਸਾ ਵਾ। ਤੇ ਕਿਤੇ ਨਾ ਕਿਤੇ ਜਿਹੜੀ ਯੂਨੀਅਨ ਦੀ ਗੱਲ ਆ ਉਹ ਪੰਜਾਬੀ ਆਡੀਅנס ਤੱਕ ਨਹੀਂ ਪਹੁੰਚ ਰਹੀ। ਜਿਹੜੇ ਸਾਡੇ ਬਜ਼ੁਰਗ ਨੇ ਜਾਂ ਸਾਡੇ ਭੈਣ ਭਰਾ ਨੇ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਬੋਲ ਸਕਦੇ ਜਾਂ ਨਹੀਂ ਸਮਝ ਸਕਦੇ, ਉਹਨਾਂ ਤੱਕ ਯੂਨੀਅਨ ਆਪਣੀ ਗੱਲ ਪਹੁੰਚਾਉਣਾ ਚਾਹੁੰਦੀ ਆ। ਇਸੇ ਹੀ ਕਰਕੇ ਅੱਜ ਕੰਗ ਸਾਹਿਬ ਸਾਡੇ ਸਟੂਡੀਓ 'ਚ ਹਾਜ਼ਰ ਨੇ। ਅਸੀਂ ਮਾਫੀ ਚਾਹੁੰਦੇ ਹਾਂ ਵੀ ਅੱਜ ਦਾ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀਆਂ ਕਾਲਾਂ ਨਹੀਂ ਲੈ ਪਾਵਾਂਗੇ। ਕੋਈ ਨਾ ਕਈ ਟੈਕਨੀਕਲ ਡਿਫਿਕਲਟਸ ਅੱਜ ਆ ਰਹੀਆਂ ਨੇ, ਇਸ ਕਰਕੇ ਕਾਲ ਤੁਸੀਂ ਸਟੂਡੀਓ 'ਚ ਨਹੀਂ ਕਰ ਪਾਓਗੇ। ਕੰਗ ਸਾਹਿਬ, ਮੈਂ ਜਿੱਦਾਂ ਨਾ ਵੀ ਬੜਾ ਜ਼ਿਆਦਾ ਵਿਵਾਦਿਤ ਮੁੱਦਾ ਚੱਲ ਰਿਹਾ ਅੱਜ ਦੀ ਤਰੀਕ ਦੇ ਵਿੱਚ ਸਟ੍ਰਾਈਕ ਨੂੰ ਲੈ ਕੇ, ਮੈਂ ਤੁਹਾਨੂੰ ਪਹਿਲਾਂ ਪੁੱਛਣਾ ਚਾਹੁੰਦਾ ਵਾਂ ਵੀ ਕਿੰਨਾ ਹਾਲਾਤਾਂ ਨੂੰ ਲੈ ਕੇ ਯੂਨੀਅਨ ਨੂੰ ਇਹ ਸਟੈਪ ਚੱਕਣਾ ਪਿਆ ਤੇ ਸਾਨੂੰ ਸਟ੍ਰਾਈਕ ਤੇ ਜਾਣਾ ਪਿਆ ਯੂਨੀਅਨ ਨੂੰ? ਜੀ ਹਾਂਜੀ, ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਇਹ ਕੋਈ ਲਾਸਟ ਮੋਮੈਂਟ ਡਿਸੀਜਨ ਨਹੀਂ ਸੀਗਾ ਸਟ੍ਰਾਈਕ ਤੇ ਜਾਣਾ। ਸਾਰੇ ਸਰੋਤਿਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਨੈਗੋਸ਼ੀਏਸ਼ਨ ਆਲਮੋਸਟ 2 ਸਾਲਾਂ ਤੋਂ ਸਾਡੀ ਚੱਲਦੀ ਸੀ ਸਾਡੇ EMPLOYERS ਨਾਲ, ਜਿਹਦੇ ਵਿੱਚ 28 ਫੈਡਰਲ ਗਵਰਨਮੈਂਟ ਬਾਡੀਜ਼ ਇੰਕਲੂਡਡ ਆ, ਜਿਹਦੇ ਵਿੱਚੋਂ ਇੱਕ CRA ਵੀ ਆ, ਕੈਨੇਡਾ ਰੈਵਨਿਊ ਏਜੰਸੀ, ਜੋ ਕਿ CRA ਨਾਂ ਤੋਂ ਬਹੁਤ ਪਪੂਲਰ ਆ। ਤੇ ਉਹਦੇ ਵਿੱਚ ਹੀ ਮੈਂ ਜੌਬ ਕਰਦਾ ਹੈ। ਤਾਂ ਮੈਂ ਜ਼ਿਆਦਾ ਫੋਕਸ ਕਰੂੰਗਾ ਆਪਣੀ EMPLOYMENT ਨੂੰ ਲੈ ਕੇ, ਸਾਡੇ 'ਚ ਕੀ ਚੱਲਦਾ ਯੂਨੀਅਨ ਦਾ। ਤੇ ਜੋ ਹੁਣ ਜੋ ਸਟ੍ਰਾਈਕ ਹੋ ਗਿਆ, ਇੱਕ ਮੀਡੀਆ ਦੀ ਇੱਕ ਪਿਕਚਰ ਬਣੀ ਜਾਂਦੀ ਆ ਕਿ ਇਹ ਤਾਂ ਅਚਾਨਕ ਸਟ੍ਰਾਈਕ 'ਚ ਚਲੇ ਗਏ ਬਿਨਾਂ ਕੈਨੇਡੀਅਨਸ ਦੇ ਬਾਰੇ ਸੋਚੇ, ਜੋ ਕਿ ਬਿਲਕੁਲ ਗਲਤ ਆ। ਅਸੀਂ 2 ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਇੱਕ ਪ੍ਰੋਪਰ ਇੱਕ ਨੈਗੋਸ਼ੀਏਸ਼ਨ ਹੋ ਜਾਵੇ, ਸਾਡੀ ਇੱਕ ਪ੍ਰੋਪਰ ਜੋ ਸਾਡਾ ਕੰਟਰੈਕਟ ਆ ਤਿਆਰ ਹੋ ਜਾਵੇ, ਕਿਉਂਕਿ ਸਾਡੇ ਕੰਟਰੈਕਟ ਨੂੰ ਐਕਸਪਾਇਰ ਹੋਣ ਨੂੰ ਆਲਮੋਸਟ 2 ਇਅਰਸ ਹੋ ਗਏ। ਸਾਡਾ ਕੰਟਰੈਕਟ ਐਕਸਪਾਇਰ ਹੋਇਆ ਸੀ, ਜੋ ਐਗਜ਼ੈਕਟ ਡੇਟ ਆ 31 ਅਕਤੂਬਰ 2021 ਦਾ। ਤੇ ਉਦੋਂ ਦੀਆਂ ਗੱਲਾਂ ਚੱਲ ਰਹੀਆਂ ਨੇ, ਜਦੋਂ ਕਿ ਅਸੀਂ ਕੋਈ ਗੱਲਬਾਤ ਸਾਡੀ ਇੱਕ ਕਾਮਨ ਗਰਾਊਂਡ ਤੱਕ ਅਸੀਂ ਨਹੀਂ ਪਹੁੰਚ ਸਕੇ। ਉਸ ਤੋਂ ਬਾਅਦ ਹੀ ਸਾਨੂੰ ਇਹ ਅਫਸੋਸਜਨਕ ਫੈਸਲਾ ਸਟ੍ਰਾਈਕ ਦਾ ਲੈਣਾ ਪਿਆ, ਜੋ ਕਿ ਸਿਰਫ ਕੈਨੇਡੀਅਨਸ ਵਾਸਤੇ ਹੀ ਇਨਕਨਵੀਨੀਅੰਟ ਨਹੀਂ ਲੱਗ ਰਿਹਾ, ਜੋ ਕਿ ਮੀਡੀਆ 'ਚ ਪ੍ਰੈਜ਼ੈਂਟ ਕੀਤਾ ਜਾ ਰਿਹਾ। ਸਾਨੂੰ ਐਜ਼ ਐਨ EMPLOYEE ਵੀ ਬਹੁਤ ਔਖਾ ਹੋ ਰਿਹਾ ਇਹ ਸਟ੍ਰਾਈਕ 'ਚ ਜਾਣਾ, ਬਟ ਸਾਡੇ ਕੋਲ ਕੋਈ ਆਪਸ਼ਨ ਹੈ ਨਹੀਂ ਰਾਈਟ ਨਾਓ, ਬਿਕੋਜ਼ ਗਵਰਨਮੈਂਟ ਐਕਟ ਆਏ ਕਰ ਰਹੀ ਆ, ਲਾਈਕ ਕੰਨਾਂ ਬੰਦ ਕਰਕੇ ਸਾਡੀ ਗੱਲਾਂ ਸੁਣਨ ਦੀ ਕੋਸ਼ਿਸ਼ ਕਰ ਰਹੀ ਆ। ਜੀ ਕੰਗ ਸਾਹਿਬ, ਤੁਸੀਂ ਹੁਣੇ ਕਿਹਾ ਵੀ ਤੁਹਾਨੂੰ ਬਹੁਤ ਔਖਾ ਹੋ ਰਿਹਾ ਵਾ। ਇਹ ਮੀਡੀਆ ਦੇ ਸਾਹਮਣੇ ਖਬਰ ਆਈ ਆ ਵੀ ਯੂਨੀਅਨ ਜਿਹੜਾ ਵੀ ਬੰਦਾ 4 ਘੰਟੇ ਆ ਕੇ ਰੋਸ ਪ੍ਰਦਰਸ਼ਨ ਕਰਦਾ, ਸਟ੍ਰਾਈਕ ਦਾ ਹਿੱਸਾ ਬਣਦਾ ਵਾ, ਯੂਨੀਅਨ ਉਹਨੂੰ $75 ਦਿੰਦੀ ਆ। ਕਿਤੇ ਨਾ ਕਿਤੇ $75 ਤੁਹਾਨੂੰ ਲੱਗਦਾ ਇਨਫ ਨੇ? ਇਸ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਇਹ ਵੀ ਇੱਕ ਗੱਲ ਮੈਂ ਬਹੁਤ ਕਲੀਅਰ ਕਰਨਾ ਚਾਹੁੰਦਾ ਕਿ ਇੱਕ ਬਹੁਤ ਇੱਥੇ ਰਿਊਮਰ ਫੈਲਿਆ ਹੋਇਆ ਕਿ ਕਿ ਅਸੀਂ ਟੈਕਸ ਪੇਅਰ ਦੇ ਮਨੀ 'ਚ ਸਟ੍ਰਾਈਕ ਕਰ ਰਹੇ ਹਾਂ, ਵਿਚ ਇਜ਼ ਐਬਸੋਲੂਟਲੀ ਰੋਂਗ। ਇਹ ਬੇਸਲੈਸ ਆ। ਸਾਨੂੰ ਜੋ ਪੇਮੈਂਟ ਮਿਲ ਰਹੀ ਆ $75 ਸੱਚ ਆ, ਸਾਨੂੰ ਯੂਨੀਅਨ ਤੋਂ ਮਿਲ ਰਹੀ ਆ। ਸਾਨੂੰ ਕੋਈ ਸੈਲਰੀ ਨਹੀਂ ਮਿਲ ਰਹੀ ਜਿੰਨੇ ਕੁ ਦਿਨ ਅਸੀਂ ਸਟ੍ਰਾਈਕ 'ਚ ਨੇ, ਜੋ ਕਿ ਕਿਤੇ ਨਾ ਕਿਤੇ ਸਾਨੂੰ ਵੀ ਇੱਕ ਫਾਈਨੈਂਸ਼ੀਅਲ ਹਾਰਡਸ਼ਿਪ ਪੇਸ਼ ਕਰ ਰਹੀ ਹੈ ਸਾਡੇ ਲਈ। ਲੇਕਿਨ ਅਸੀਂ ਬਸ ਸਾਡੇ ਕੋਲ ਕੋਈ ਆਪਸ਼ਨ ਨਹੀਂ ਰਿਹਾ। ਲਾਈਕ ਅਸੀਂ ਐਜ਼ ਆਈ ਸੇਇੰਗ ਕਿ 2 ਸਾਲ ਹੋ ਗਏ ਕਿ ਅਸੀਂ ਇਸੀ ਚੀਜ਼ ਦੇ ਉੱਤੇ ਚਰਚਾ ਚੱਲ ਰਹੀ ਹੈ ਕਿ ਕਦੋਂ ਇੱਕ ਫੇਅਰ ਕੰਟਰੈਕਟ ਆਊਗਾ, ਕਦੋਂ ਸਾਨੂੰ ਸਾਡਾ ਨਵਾਂ ਕੰਟਰੈਕਟ ਤਿਆਰ ਹੋਊਗਾ, ਅਸੀਂ ਆਪਣੇ ਕੰਮ ਕਰੀਏ, ਸਾਡੀ ਇੰਕਰੀਮੈਂਟ ਹੋਵੇ। ਪਰ ਉਹ ਰਾਈਟ ਨਾਓ ਕੁਛ ਐਜਾ ਦਿਖਦਾ ਨਹੀਂ ਆਇਆ, ਤਾਂ ਹੀ ਹੁਣ ਅਸੀਂ ਸਟ੍ਰਾਈਕ ਐਕਸ਼ਨ ਲਿੱਤਾ। ਜੀ, ਮੈਂ ਤੁਹਾਡੇ ਕ੍ਰਿਸ ਐਡਵਰਡ ਜੀ, ਤੁਹਾਡੇ ਪ੍ਰਧਾਨ ਨੇ ਤੁਹਾਡੇ ਯੂਨੀਅਨ ਦੇ, ਉਹਨਾਂ ਬਾਰੇ ਉਹਨਾਂ ਦੀ ਸਟੇਟਮੈਂਟਸ ਦੇਖ ਰਿਹਾ ਸਾਂ। ਬੜੀ ਹੀ ਬੇਬਾਕੀ ਨਾਲ ਬੋਲਦੇ ਨੇ ਜਦੋਂ ਪ੍ਰੈਸ ਨੂੰ ਐਡਰੈਸ ਕਰਦੇ ਨੇ, ਜੇ ਕੋਈ ਵੀ ਬਿਆਨ ਦਿੰਦੇ ਨੇ ਬੜੀ ਹੀ ਬੇਬਾਕੀ ਨਾਲ ਦਿੰਦੇ ਨੇ। ਤੇ ਉਹਨਾਂ ਨੇ ਕਿਹਾ ਵੀ ਸਰਕਾਰ ਕਿਤੇ ਨਾ ਕਿਤੇ ਇਹ ਨਾ ਸਮਝੇ ਵੀ ਯੂਨੀਅਨ ਤੋਂ ਫੰਡਾਂ ਦੀ ਕਮੀ ਆ। ਕਹਿੰਦੇ ਵੀ ਸਾਡੇ ਕੋਲ ਇੰਨਾ ਸਫੀਸ਼ੀਐਂਟ ਫੰਡ ਹੈਗੇ ਆ ਵੀ ਬੜੇ ਲੰਬੇ ਸਮੇਂ ਤੱਕ ਅਸੀਂ ਇਹਨੂੰ ਜਾਰੀ ਰੱਖ ਸਕਦੇ ਹਾਂ। ਅਸੀਂ ਕਹਿੰਦੇ ਵੀ ਕਿਸੇ ਵੀ ਹਾਲਾਤਾਂ 'ਚ ਇਹਨੂੰ ਰੱਖਣਾ ਨਹੀਂ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਤਾਂ ਚਾਹੁੰਦੇ ਹਾਂ ਵੀ ਸਰਕਾਰ ਕਿਤੇ ਨਾ ਕਿਤੇ ਨੈਗੋਸ਼ੀਏਟ ਕਰਕੇ ਸਾਡੇ ਨਾਲ ਗੱਲਬਾਤ ਕਰਕੇ ਇਸ ਸਟ੍ਰਾਈਕ ਨੂੰ ਖਤਮ ਕੀਤਾ ਜਾਵੇ।
ਪਰ ਕਹਿੰਦੇ ਵੀ ਯੂਨੀਅਨ ਕਿਸੇ ਗੱਲੋਂ ਵੀ ਡਰਦੀ ਨਹੀਂ। ਸਾਡੇ ਕੋਲੇ ਕਹਿੰਦੇ ਵੀ 200 ਮਿਲੀਅਨ ਫੰਡ ਜਿਹੜੇ ਹੋਰ ਵੀ ਸੋਰਸਸ ਤੋਂ ਅਸੀਂ ਇਕੱਠੇ ਕਰ ਸਕਦੇ ਹਾਂ ਤੇ ਇਨਫ ਫੰਡ ਹੈਗਾ। ਇਸ ਬਾਰੇ ਕੰਗ ਸਾਹਿਬ ਤੁਸੀਂ ਕੀ ਕਹੋਗੇ? ਹਾਂਜੀ, ਐਬਸੋਲੂਟਲੀ। ਜੇ ਸਰਕਾਰ ਨੂੰ ਇਹ ਲੱਗਦਾ ਨਾ ਕਿ ਸਾਡੇ ਉੱਤੇ ਵੇਟ ਐਂਡ ਵਾਚ ਵਾਲੀ ਪਾਲਿਸੀ ਦਾ ਪ੍ਰੈਸ਼ਰ ਪਾ ਕੇ ਕਿ ਜਿੰਨਾ ਅਸੀਂ ਲੰਬਾ ਖਿੱਚਾਂਗੇ EMPLOYEES 'ਚ ਇੱਕ ਅਨਰੈਸਟ ਆਊਗਾ, ਇਨ ਸੈਂਸ ਆਫ ਇਨਸਿਕਿਉਰਿਟੀ ਆਊਗੀ, ਫਾਈਨੈਂਸ਼ੀਅਲ ਹਾਰਡਸ਼ਿਪ ਆਉਣਗੇ, ਤਾਂ ਉਹ ਆਪਣੇ ਆਪ ਬੈਕ ਟੂ ਵਰਕ ਚਲੇ ਜਾਣਗੇ। ਤੁਹਾਨੂੰ ਇਹ ਗੱਲ ਦੱਸ ਕੇ ਮੈਨੂੰ ਵੈਸੇ ਖੁਸ਼ੀ ਵੀ ਹੋਊਗੀ ਕਿ ਸਾਡੀ ਯੂਨੀਅਨ ਨੇ ਇਹ ਚੀਜ਼ ਨੂੰ ਕਾਊਂਟਰ ਕਰਨ ਲਈ ਅੱਜ ਮੰਡੇ ਤੋਂ 24 ਅਪ੍ਰੈਲ ਮੰਡੇ ਤੋਂ ਸਾਨੂੰ $50 ਹੋਰ ਐਡ ਕਰਤਾ। ਹੁਣ ਸਾਡਾ ਪਰ ਡੇ ਯੂਨੀਅਨ ਦਾ ਜੋ ਸਟ੍ਰਾਈਕ ਪੇ ਆ ਉਹ $125 ਆਉਣ ਲੱਗਿਆ, ਜੋ ਕਿ ਇਟਸ ਐਨ ਆਨਸਰ। ਇਹ ਇੱਕ ਜਵਾਬ ਆ ਸਰਕਾਰ ਨੂੰ ਕਿ ਅਸੀਂ ਹਟਣ ਵਾਲੇ ਨਹੀਂ। ਜੇ ਤੁਸੀਂ ਲੰਬਾ ਖਿੱਚੋਗੇ ਤਾਂ ਅਸੀਂ ਇਹਨੂੰ ਹੋਰ ਐਗਰੈਸਿਵ ਤਰੀਕੇ ਨਾਲ ਲੈ ਕੇ ਜਾਵਾਂਗੇ ਅੱਗੇ। ਜੀ ਕੰਗ ਸਾਹਿਬ, ਚਲੋ ਆਪਾਂ ਨਾ ਬੀਤੇ ਦਿਨ ਵੀ ਪ੍ਰੋਗਰਾਮ ਕੀਤਾ ਸੀ ਤੇ ਸਰੋਤਿਆਂ ਨਾਲ ਸਾਂਝ ਪਾਈ ਸੀ ਵੀ ਤੁਹਾਡੀਆਂ ਮੋਟੀਆਂ ਮੰਗਾਂ ਕੀ ਨੇ। ਮੈਂ ਸਮਝਦਾ ਵਾਂ ਵੀ ਤੁਹਾਡੀਆਂ ਵੀ ਕਈ ਮਜਬੂਰੀਆਂ ਨੇ, ਤੁਸੀਂ ਪੂਰੀ ਇਨਫੋਰਮੇਸ਼ਨ ਨੈਗੋਸੀਏਸ਼ਨ ਦੇ ਉੱਤੇ ਸਾਡੇ ਨਾਲ ਸਾਂਝੀ ਨਹੀਂ ਕਰ ਸਕਦੇ। ਪਰ ਕੰਗ ਸਾਹਿਬ, ਜਿਹੜੀਆਂ ਮੇਨ ਗੱਲਾਂ ਵਾ ਉੱਤੇ ਜ਼ਰੂਰ ਚਾਨਣਾ ਪਾਇਆ ਜਾਵੇ। ਪਹਿਲੀ ਗੱਲ ਆਉਂਦੀ ਆ ਵੇਜ ਇਨਕਰੀਜ਼ ਦੀ। ਵੇਜ ਇਨਕਰੀਜ਼ ਪੂਰੇ ਕੈਨੇਡਾ ਦਾ ਹੀ ਬੜਾ ਵੱਡਾ ਮੁੱਦਾ ਵਾ ਅੱਜ ਦੀ ਤਰੀਕ ਦੇ ਵਿੱਚ, ਇਹ 'ਚ ਕੋਈ ਦੋ ਰਾਏ ਨਹੀਂ ਹੈਗੀ। ਜਾਂ ਆਪਾਂ ਗੱਲ ਕਰ ਲਈਏ ਪ੍ਰਾਈਵੇਟ ਅਦਾਰਿਆਂ ਦੀ, ਸਰਕਾਰੀ ਅਦਾਰਿਆਂ ਦੀ, ਸਾਰੇ ਹੀ ਸੋਚਦੇ ਨੇ ਵੀ ਸਾਨੂੰ ਵੇਜ ਇਨਕਰੀਜ਼ ਦਿੱਤਾ ਜਾਣਾ ਚਾਹੀਦਾ। ਇਸ ਦੇ ਉੱਤੇ ਜਿਹੜੇ ਉਹਨਾਂ ਦੇ ਟ੍ਰੈਜਰੀ ਬੋਰਡ ਦੇ ਪ੍ਰੈਜ਼ੀਡੈਂਟ ਨੇ ਮੋਨਾ ਫਰੰਟੀਅਰ ਜੀ, ਉਹ ਯੂਨੀਅਨ ਨੂੰ ਆਫਰ ਕਰ ਰਹੇ ਨੇ 9% ਤੇ ਯੂਨੀਅਨ ਕਹਿ ਰਹੀ ਆ 13.5%। ਇਸ ਹਲੇ ਤੱਕ ਤਾਂ ਵੀ ਚਲੋ ਇਹ ਬਹੁਤ ਵੱਡਾ ਡਿਫਰੈਂਸ ਆ। ਮੈਂ ਸਰੋਤਿਆਂ ਨੂੰ ਦੱਸ ਦੇਵਾਂ ਵੀ 9 ਤੇ 13.5 ਦਾ। ਇਸ ਮੁੱਦੇ ਦੇ ਉੱਤੇ ਯੂਨੀਅਨ ਕੀ ਸੋਚਦੀ ਆ, ਆਉਣ ਵਾਲੇ ਸਮੇਂ 'ਚ ਵਿਉਂਤਬੰਦੀ ਕੀ ਹੋਵੇਗੀ, ਇਸ ਤੇ ਥੋੜਾ ਜਿਹਾ ਜ਼ਰੂਰ ਚਾਨਣਾ ਪਾਇਆ ਜਾਵੇ। ਦੇਖੋ ਜੀ, ਜੋ ਸਾਡਾ ਆਖਰੀ ਕੰਟਰੈਕਟ ਸੀ ਉਦੋਂ ਜੋ ਵੇਜ ਇੰਕਰੀਮੈਂਟ ਹੋਇਆ ਸੀ ਉਹ ਉਸ ਟਾਈਮ ਦੀ ਇਨਫਲੇਸ਼ਨ ਦੇ ਹਿਸਾਬ ਨਾਲ 1.5% ਦੇ ਵਿੱਚ ਚੱਲਦਾ ਸੀਗਾ। ਰਾਈਟ ਨਾਓ ਤੁਸੀਂ ਨੋਟਿਸ ਕੀਤਾ ਪਿਛਲੇ 2 ਸਾਲਾਂ ਤੋਂ ਇਨਫਲੇਸ਼ਨ ਕਿੱਥੇ ਤੱਕ ਪਹੁੰਚ ਚੁੱਕੀ ਹੈ, ਮਹਿੰਗਾਈ ਕਿੱਥੇ ਤੱਕ ਪਹੁੰਚ ਚੁੱਕੀ ਹੈ। ਹੁਣ ਮੈਂ ਟੋਟਲ ਇਨਫਲੇਸ਼ਨ ਰੇਟ ਉਹ ਕੱਲੀ ਫੂਡ ਇਨਫਲੇਸ਼ਨ ਦੀ ਗੱਲ ਕਰਾਂ ਜੋ ਕਿ ਆਲਮੋਸਟ ਡਬਲ ਡਿਜਿਟ 'ਚ ਚੱਲੀ ਆ ਜੀ। ਤੇ ਬਹੁਤ ਜੇ ਆਪਾਂ ਰੈਪਿਊਟਡ ਕੰਪਨੀਆਂ ਦੀ ਗੱਲ ਕਰੀਏ ਜੋ ਕੈਨੇਡਾ 'ਚ ਇੱਕ ਹੋਲਡ ਰੱਖਦੀਆਂ ਨੇ, ਸਪੈਸ਼ਲੀ ਆਪਣੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜੋ ਕਿ ਬੈਂਕ ਆਉਂਦੇ ਨੇ, ਉਹਨਾਂ ਨੇ ਇੱਕ ਜਦੋਂ ਇਨਫਲੇਸ਼ਨ ਬਹੁਤ ਜ਼ਿਆਦਾ ਵਧੀ ਸੀ, ਇਟ ਵਾਸ ਅ ਰੈਡ ਹੌਟ ਇਸ਼ੂ ਟੌਪਿਕ ਮੀਡੀਆ 'ਚ ਵੀ ਹਰ ਜਗ੍ਹਾ 'ਚ ਵੀ, ਉਦੋਂ ਉਹਨਾਂ ਨੇ ਟੌਪ ਆਫ ਪੇਸ ਵੀ ਪਾਈ ਅਸੀਂ ਆਪਣੇ EMPLOYEES ਲਈ। ਵੇਰ ਅਸੀਂ ਕੰਮ ਕਰੀ ਗਏ, ਅਸੀਂ ਆਪਣੇ ਕੰਟਰੈਕਟ ਖਤਮ ਹੋਣ ਦੀ ਵੇਟ ਕੀਤੀ। ਜਦੋਂ ਸਾਡੇ ਕੰਟਰੈਕਟ ਖਤਮ ਹੋਏ ਸਾਨੂੰ ਇੱਕ ਕੰਟਰੈਕਟ ਦਿੱਤਾ ਜਾਊਗਾ, ਇੱਕ ਬਹੁਤ ਲੌਜੀਕਲ ਗਰਾਊਂਡ ਦੇ ਉੱਤੇ ਸਾਡੇ ਉੱਪਰ ਇੱਕ ਡਿਸਕਸ਼ਨ ਕੀਤਾ ਜਾਊਗਾ। ਲੇਕਿਨ ਮੋਨਾ ਫਰੰਟੀਅਰ ਜੋ ਟ੍ਰੈਜਰੀ ਬੋਰਡ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਸਾਡੀ ਮੰਗਾਂ ਨੂੰ ਟੂ ਬੀ ਓਨੈਸਟ ਬਹੁਤ ਸੀਰੀਅਸਲੀ ਲੱਤਾ ਨਹੀਂ। ਜੋ ਵੀ ਅਸੀਂ ਮੰਗ ਰੱਖਦੇ ਸੀਗੇ ਉਹਦਾ ਸੇਮ ਡੇ ਸਾਨੂੰ ਕਦੇ ਆਨਸਰ ਨਹੀਂ ਦਿੱਤਾ। ਤੁਸੀਂ ਗੱਲ ਕਰਨੀ ਆ ਤਾਂ ਸਾਨੂੰ ਦੱਸੋ, ਲੈਟਸ ਸਿਟ ਐਂਡ ਟਾਕ। ਪ੍ਰੈਜ਼ੀਡੈਂਟ ਇਹੀ ਕਹਿ ਰਹੇ, ਸਾਨੂੰ ਐਂ ਲੱਗ ਰਿਹਾ ਕਿ ਅਸੀਂ ਇੱਕ ਦੀਵਾਰ ਨਾਲ ਗੱਲ ਕਰ ਰਹੇ ਆ ਜੋ ਕਿ ਸਾਡੀ ਗੱਲ ਸੁਣ ਕੇ ਵੀ ਅਣਦੇਖੀ ਕਰਨ ਦੀ ਕੋਸ਼ਿਸ਼ ਕਰੀ ਜਾ ਰਹੇ ਆ। ਤਾਂ ਇਹ ਉਹਦਾ ਹੀ ਰਿਜ਼ਲਟ ਆ ਕਿ ਅੱਜ ਅਸੀਂ ਸਟ੍ਰਾਈਕ ਤੱਕ ਪਹੁੰਚ ਚੁੱਕੇ ਆ ਤੇ ਹੁਣ ਉਹ ਕਹਿ ਰਹੇ ਨੇ ਕਿ ਅਸੀਂ 9% ਤਿਆਰ ਆ, ਜੋ ਕਿ ਇਨੀਸ਼ੀਅਲੀ ਉਹ 9% ਨੂੰ ਵੀ ਨਹੀਂ ਮੰਨੇ ਸੀ। ਜੀ, ਮੋਨਾ ਫਰੰਟੀਅਰ ਜੀ ਦੀ ਤੁਸੀਂ ਗੱਲ ਕੀਤੀ ਕੰਗ ਸਾਹਿਬ, ਹਮੇਸ਼ਾ ਹੀ ਵਿਵਾਦਾਂ 'ਚ ਘਿਰੇ ਨਜ਼ਰ ਆਉਂਦੇ ਨੇ, ਬੜੇ ਹੀ ਤਿੱਖੀ ਬਿਆਨਬਾਜ਼ੀ ਕਰ ਜਾਂਦੇ ਨੇ ਵੀ ਜਿਹੜਾ ਬਾਅਦ 'ਚ ਉਹਨਾਂ ਨੂੰ ਪਛਤਾਉਣਾ ਪੈ ਜਾਂਦਾ। ਬੀਤੇ ਦਿਨ ਹੀ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਮੈਂ ਯੂਨੀਅਨ ਨੂੰ ਬਲੈਂਕ ਚੈੱਕ, ਖਾਲੀ ਚੈੱਕ ਸਾਈਨ ਕਰਕੇ ਨਹੀਂ ਦੇ ਸਕਦੀ। ਇਸ ਦਾ ਯੂਨੀਅਨ ਦਾ ਉਹਨਾਂ ਨੂੰ ਕੀ ਜਵਾਬ ਸੀ? ਇਹ ਤਾਂ ਜੀ ਬਹੁਤ ਹੀ ਇੱਕ ਨਾਟ ਅਸ ਇੱਕ ਬੰਦਾ ਇੱਕ ਐਜ ਏ ਪੋਜੀਸ਼ਨ 'ਚ ਬੈਕ, ਇਟ ਵਾਸ ਨਾਟ ਅ ਸਟੇਟਮੈਂਟ ਆਫ ਅ ਪਰਸਨ ਇਨ ਪੋਜੀਸ਼ਨ ਜੀ। ਉਹਨਾਂ ਨੂੰ ਇਹ ਸਟੇਟਮੈਂਟ ਦੇਣੀ ਚਾਹੀਦੀ ਨਹੀਂ ਸੀ। ਤੁਸੀਂ ਦੱਸੋ 13.5 ਤੇ 9 'ਚ ਕਿੰਨਾ ਫਰਕ ਆ? ਤੁਸੀਂ ਉਹਨਾਂ ਨੂੰ ਕਿਵੇਂ ਬੇਸਲੈਸ ਰੇਸ ਕਿਵੇਂ ਕਹਿ ਸਕਦੇ ਹੋ? ਵੇਅਰ ਐਜ਼ ਸਾਡੀ ਯੂਨੀਅਨ ਕ੍ਰਿਸ ਐਲਵਰਟ ਸਾਹਿਬ ਜੋ ਸਾਡੇ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ, ਉਹ ਤਾਂ ਕਹਿੰਦੇ ਸਾਡੇ ਨਾਲ ਬੈਠੋ, ਅਸੀਂ ਵੀ ਫਲੈਕਸੀਬਲ ਹੋ, ਤੁਸੀਂ ਵੀ ਫਲੈਕਸੀਬਲ ਹੋ। ਬਿਲਕੁਲ। ਜੋ ਕਿ 9% ਆ, ਮੈਂ ਤੁਹਾਨੂੰ ਅੱਜ ਵੀ ਕਲੀਅਰ ਕਰਨਾ ਚਾਹੁੰਦਾ, ਉਹ ਇੱਕ ਥਰਡ ਪਾਰਟੀ, ਆਈ ਵੁੱਡ ਨਾਟ ਸੇ ਮੀਡੀਏਟਰ, ਪਰ ਇੱਕ ਥਰਡ ਪਾਰਟੀ ਰਿਕਮੈਂਡੇਸ਼ਨ ਨੇ ਕਿਹਾ ਸੀ ਕਿ 9% ਇੱਕ ਜਾਇਜ਼ ਮੰਗ ਹੈਗੀ ਹੈ। ਲੇਕਿਨ ਯੂਨੀਅਨ ਤੇ EMPLOYER ਆਪਸ 'ਚ ਬਹਿ ਕੇ ਗੱਲ ਕਰੇ, ਯੂਨੀਅਨ ਤੇ ਸਰਕਾਰਾਂ ਦੀ ਜਿਹੜੀ ਡਿਫਰੈਂਟ ਆਰਗੇਨਾਈਜੇਸ਼ਨਸ ਆ ਉਹ ਬਹਿ ਕੇ ਸਾਡੇ ਨਾਲ ਗੱਲ ਕਰੇ ਕੀ ਤੁਹਾਡੇ ਸਾਹਮਣੇ ਤੁਹਾਡੇ ਲਈ ਸਹੀ ਆ। ਉਹ ਬਹਿੰਦੇ ਨੇ, ਉਹ ਜਵਾਬ ਹੀ ਨਹੀਂ ਦਿੰਦੇ ਟਾਈਮ ਨਾਲ, ਉਹਦਾ ਹੀ ਰਿਜ਼ਲਟ ਆ ਕਿ ਅੱਜ ਆਪਾਂ ਫਿਰ ਜੀ। ਚਲੋ ਆਪਾਂ ਤਾਂ ਆਸ ਕਰਦੇ ਹਾਂ ਵੀ ਸਰਕਾਰ ਨੂੰ ਵੀ ਨੈਗੋਸੀਏਸ਼ਨ ਟੇਬਲ ਦੇ ਉੱਤੇ ਰਹਿਣਾ ਚਾਹੀਦਾ ਤੇ ਕਿਤੇ ਨਾ ਕਿਤੇ ਯੂਨੀਅਨ ਨੂੰ ਵੀ ਨੈਗੋਸੀਏਸ਼ਨ ਤੇ ਰਹਿਣਾ ਚਾਹੀਦਾ ਵੀ ਚੰਗੀ ਇੱਕ ਦੋਨਾਂ ਅਦਾਰਿਆਂ ਦੇ ਵਿੱਚ ਵਾਰਤਾਲਾਪ ਹੋ ਕੇ ਇਸ ਸਟ੍ਰਾਈਕ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਣਾ ਚਾਹੀਦਾ। ਕਿਤੇ ਨਾ ਕਿਤੇ ਅੱਜ ਦੀ ਤਰੀਕ ਦੇ ਵਿੱਚ ਕੰਗ ਸਾਹਿਬ ਮੁਸ਼ਕਲਾਂ ਦਾ ਸਾਹਮਣਾ ਆਮ ਕੈਨੇਡੀਅਨਸ ਨੂੰ ਵੀ ਕਰਨਾ ਪੈ ਰਿਹਾ।
ਵੀ ਜਿੱਦਾਂ ਕਈ ਤੁਸੀਂ ਦੱਸਿਆ ਵੀ 28 ਡਿਪਾਰਟਮੈਂਟ ਵੱਖਰੇ ਡਿਪਾਰਟਮੈਂਟ ਸਟ੍ਰਾਈਕ ਦੇ ਉੱਤੇ ਨਹੀਂ, ਯੂਨੀਅਨ ਦਾ 1,55,000 ਤੋਂ ਵੱਧ ਵਰਕਰ ਸਟ੍ਰਾਈਕ ਦੇ ਉੱਤੇ ਆ। ਕਿਤੇ ਨਾ ਕਿਤੇ ਇਫੈਕਟ ਤੇ ਆਮ ਆਦਮੀ ਉੱਤੇ ਪਵੇਗਾ ਨਾ, ਆਮ ਲੋਕਾਂ ਦੇ ਉੱਤੇ ਪਵੇਗਾ। ਤੇ ਜਿਹੜੇ ਹਿਸਾਬ ਨਾਲ ਤੁਹਾਡਾ ਪਬਲਿਕ 'ਚ ਇਹਦਾ ਮੈਸੇਜ ਕੀ ਜਾ ਰਿਹਾ, ਤੁਸੀਂ ਪਬਲਿਕ ਨੂੰ ਜੇ ਮੈਸੇਜ ਦੇਣਾ ਚਾਹੁੰਦੇ ਹੋ ਤੇ ਕੀ ਦੇਣਾ ਚਾਹੁੰਦੇ ਹੋ, ਯੂਨੀਅਨ ਇਸ ਦੇ ਬਾਰੇ ਕਿੱਦਾਂ ਸੋਚਦੀ ਆ? ਦੇਖੋ ਜੀ, ਯੂਨੀਅਨ ਪੂਰਾ ਕੋਸ਼ਿਸ਼ ਕਰ ਰਹੀ ਆ ਕਿ ਅਸੀਂ ਜਿੰਨਾ ਘੱਟ ਤੋਂ ਘੱਟ ਪਬਲਿਕ ਦੇ ਉੱਤੇ ਇਨਕਨਵੀਨੀਅੰਸ ਹੋਈਏ। ਸਾਡੇ 'ਚ ਐਸੈਂਸ਼ੀਅਲ ਵਰਕਰਸ ਹੈਗੇ ਆ, ਕੋਈ ਵੀ ਸਾਡੇ ਡਿਪਾਰਟਮੈਂਟ ਕੰਪਲੀਟਲੀ ਸ਼ਟ ਡਾਊਨ ਨਹੀਂ ਹੋਏ। ਲੇਕਿਨ ਬੜੇ ਲੈਵਲ 'ਚ ਜੋ ਇੰਗਲਿਸ਼ ਮੀਡੀਆ ਆਪਣੇ ਉਹਦੇ ਵਿੱਚ ਇੱਕ ਪਰਸੈਪਸ਼ਨ ਜਿਹਾ ਦੇਖਿਆ ਜਾ ਰਿਹਾ, ਜੋ ਕਿ ਕੰਸਰਨ ਆ ਕਿ ਕਿ ਜਿਹੜੇ PSA ਸਾਡੀ ਯੂਨੀਅਨ ਆ ਉਹ ਥੋੜ੍ਹੀ ਜਿਹੀ ਬੇਸਲੈਸ ਤਰੀਕੇ ਦੀ ਡਿਮਾਂਡਾਂ ਕਰ ਰਹੀ ਆ। ਬਹੁਤ ਜਗ੍ਹਾ 'ਤੇ ਐਡੀਟੋਰੀਅਲਸ ਲਿਖੇ ਜਾ ਰਹੇ ਨੇ ਕਿ ਪਹਿਲਾਂ ਕੋਵਿਡ ਤੋਂ ਲੋਕ ਔਖੇ ਹੋਏ, ਹੁਣ ਯੂਨੀਅਨ ਦੀ ਸਟ੍ਰਾਈਕਾਂ ਤੋਂ ਔਖੇ ਹੋ ਰਹੇ ਆ, ਕਿ ਕੈਨੇਡਾ ਦਾ ਨੋਰਮਲਸੀ ਦੇ ਜਿਹੜਾ ਆਪਾਂ ਕਹਿੰਦੇ ਇੱਕ ਨੋਰਮਲ ਏਰਾ ਦੇ ਥਰੂ ਜਾ ਹੀ ਨਹੀਂ ਰਿਹਾ, ਵਿਚ ਇਜ਼ ਐਬਸੋਲੂਟਲੀ ਰੋਂਗ। ਜੇ ਇਹ ਅਸੀਂ ਅੱਜ ਜੋ ਪੋਜੀਸ਼ਨ 'ਚ ਆਏ ਆ, ਸਾਨੂੰ ਸਾਡੀ ਸਰਕਾਰ ਹੀ ਲੈ ਕੇ ਆਈ ਆ, ਸਾਨੂੰ ਸਾਡੀ ਸਰਕਾਰ ਨੇ ਹੀ ਇਹ ਪੋਜੀਸ਼ਨ ਦਾ ਲੈ ਕੇ ਆਇਆ ਕਿ ਸਾਨੂੰ ਅੱਜ ਸਟ੍ਰਾਈਕ ਲੈਣੀ ਪੈ ਰਹੀ ਆ। 2 ਸਾਲਾਂ ਤੋਂ ਨੈਗੋਸ਼ੀਏਸ਼ਨ, ਦੱਸੋ ਬਾੜ ਸਾਹਿਬ ਤੁਸੀਂ ਆਪ ਦੱਸੋ ਕਿ 2 ਸਾਲ ਆਲਮੋਸਟ 2 ਇਅਰਸ ਤੋਂ ਗੱਲ ਚੱਲਦੀ ਆ। ਉਹਨਾਂ ਨੂੰ ਇਹੀ ਲੱਗਿਆ ਕਿ ਇਹ ਸਿਚੁਏਸ਼ਨ ਕਦੇ ਆਉਣੀ ਹੀ ਨਹੀਂ ਜੀ। ਚਲੋ ਅਸੀਂ ਸਰਕਾਰ ਦੀ ਆਲੋਚਨਾ ਕਰਦੇ ਹਾਂ ਜੀ, ਉਹਨਾਂ ਨੂੰ ਨੈਗੋਸ਼ੀਏਸ਼ਨ ਟੇਬਲ ਤੇ ਰਹਿਣਾ ਚਾਹੀਦਾ ਸੀਗਾ। ਇੱਕ ਚੰਗੀ ਜਿਹੜੀ ਬਣਦੀ ਆਫਰ ਆ ਮਾਰਕੀਟ ਦੇ ਹਿਸਾਬ ਨਾਲ ਵਰਕਰਸ ਨੂੰ ਜ਼ਰੂਰ ਦੇਣੀ ਚਾਹੀਦੀ ਆ। ਚਲੋ ਕੰਗ ਸਾਹਿਬ, ਆਪਾਂ ਅੱਗੇ ਵਧਦੇ ਹਾਂ। ਆਪਾਂ ਜਿਹੜਾ ਦੂਸਰਾ ਇਹ ਬੜਾ ਵੱਡਾ ਵਿਵਾਦ ਬਣਿਆ ਹੋਇਆ ਵੀ ਜਿਹੜਾ ਵਰਕ ਫਰੋਮ ਹੋਮ ਆ। ਚਲੋ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਫੈਡਰਲ ਵਰਕਰਸ ਦਾ। ਕਰੋਨਾ ਕਾਲ ਆਇਆ, ਉਹਨਾਂ ਨੇ ਘਰਾਂ 'ਚੋਂ ਆਪਣੀਆਂ ਸੇਵਾਵਾਂ ਨਿਭਾਈਆਂ, ਕੈਨੇਡਾ ਦੀ ਸੇਵਾ ਕੀਤੀ। ਉਹ ਜਿੱਦਾਂ CRA ਨੇ, ਤੁਸੀਂ CRA ਦੇ ਡਿਪਾਰਟਮੈਂਟ ਨੂੰ ਬਿਲੋਂਗ ਕਰਦੇ ਹੋ, CRA ਨੇ ਬਹੁਤ ਹੀ ਵਧੀਆ ਕੰਮ ਕੀਤਾ। ਸਰਕਾਰ ਨੇ ਕਈ ਰੀਬੇਟ ਸਕੀਮਾਂ ਲਿਆਂਦੀਆਂ ਤੇ CRA ਨੇ ਘਰੋਂ ਕੰਮ ਕਰਕੇ ਹਰੇਕ ਨੂੰ ਉਸ ਮਾੜੇ ਟਾਈਮ ਦੇ ਵਿੱਚ, ਮਾੜੇ ਹਾਲਾਤਾਂ ਦੇ ਵਿੱਚ ਉਸ ਟਾਈਮ ਫੰਡ ਦਿੱਤੇ ਤਾਂ ਕਿ ਲੋਕੀ ਸਰਵਾਈਵ ਕਰ ਸਕਣ। ਪਰ ਕਿਤੇ ਨਾ ਕਿਤੇ ਅੱਜ ਇਹੋ ਜਿਹੇ ਹਾਲਾਤ ਨਹੀਂ ਨੇ। ਪ੍ਰਾਈਵੇਟ ਅਦਾਰਿਆਂ ਨੇ ਵੀ ਉਦੋਂ ਵਰਕ ਫਰੋਮ ਹੋਮ ਦਿੱਤਾ ਸੀ। ਅੱਜ ਕਿਤੇ ਨਾ ਕਿਤੇ ਸਾਰੇ ਆਪਣੇ ਆਫਿਸਾਂ ਦੇ ਵਿੱਚ ਵਾਪਸ ਜਾ ਚੁੱਕੇ ਨੇ ਤੇ ਸਰਕਾਰ ਚਾਹੁੰਦੀ ਆ ਵੀ ਤੁਸੀਂ ਹਾਈਬ੍ਰਿਡ ਕੰਮ ਕਰ ਲਵੋ, ਵੀ ਜਿਹੜਾ ਤੁਹਾਡਾ ਜਿਹੜੀ ਯੂਨੀਅਨ ਆ ਵੀ ਇਹਨੂੰ ਪਰਮਿਸ਼ਨ ਦੇ ਦਿੰਦੇ ਆ ਵੀ ਅਸੀਂ ਹਾਈਬ੍ਰਿਡ ਕੰਮ ਕਰੋ, ਅੱਧੇ ਦਿਨ ਘਰੋਂ ਕੰਮ ਕਰੋ, ਅੱਧੇ ਕੁ ਦਿਨ ਆਫਿਸ ਆ ਕੇ ਕੰਮ ਕਰੋ। ਇਸ ਡਿਮਾਂਡ ਨੂੰ ਤੁਸੀਂ ਕਿੰਨਾ ਕੁ ਵਾਜਬ ਸਮਝਦੇ ਹੋ ਤੇ ਇਸ ਡਿਮਾਂਡ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਇਹਦੇ ਕਈ ਪਹਿਲੂ ਨੇ ਇਹ ਡਿਮਾਂਡ ਦੇ। ਸਭ ਤੋਂ ਪਹਿਲਾ ਪਹਿਲੂ ਇਹ ਕਹਿ ਸਕਦੇ ਹੋ ਕਿ ਇਹਦੇ ਨਾਲ ਇੰਪਲੋਇਰ ਤੇ ਇੰਪਲੋਈ ਦੋਨਾਂ ਦੇ ਪੈਸੇ ਬਚਦੇ ਨੇ ਜੀ। ਹੁਣ ਸਾਡੀ ਕਈ ਇਹੋ ਜਿਹੀ ਬਿਲਡਿੰਗਸ ਨੇ ਜਿਹਦੇ ਲੀਸ ਰੀਨਿਊ ਹੋਣੇ ਸੀ ਜੀ, ਜੋ ਕਿ ਲੀਸ ਰੀਨਿਊ ਇਹਨਾਂ ਨੇ ਨਹੀਂ ਕੀਤੀ। ਸਾਡੇ ਇੰਪਲੋਇਰਸ ਨੇ, ਚਾਹੇ CRA ਹੋਏ, ਮੇਬੀ ਇਮੀਗ੍ਰੇਸ਼ਨ, ਕਈ ਡਿਪਾਰਟਮੈਂਟ ਦਾ ਲੀਸ ਨਹੀਂ ਰੀਨਿਊ ਕੀਤੀ। ਇਹਦਾ ਕਾਰਨ ਘਰੋਂ ਕੰਮ ਕਰ ਰਹੇ ਹੋ ਤਾਂ ਸਾਨੂੰ ਉਹ ਚੀਜ਼ਾਂ ਦੇ ਪੈਸੇ ਵੇਸਟ ਨਹੀਂ ਕਰਨੇ। ਉਹਦੇ ਨਾਲ ਦੇਖੋ, ਉਹ ਪੈਸਾ ਕਿਹਦਾ ਪੈਸਾ? ਉਹ ਟੈਕਸ ਪੇਅਰ ਦਾ ਪੈਸਾ, ਰਾਈਟ। ਹੁਣ ਅਸੀਂ ਘਰੋਂ ਕੰਮ ਕਰ ਰਹੇ ਹਾਂ। ਜੇ ਆਪਾਂ ਬੈਂਕ ਆਫ ਕੈਨੇਡਾ ਦੇ ਗਵਰਨਰ ਸਾਹਿਬ ਦਾ, ਟਿਪ ਮੈਕਕਲਮ ਦਾ ਬਿਆਨ ਵੀ ਸੁਣੀਏ, ਉਹ ਵੀ ਇਹੀ ਕਹਿ ਰਹੇ ਨੇ ਕਿ ਕੈਨੇਡੀਅਨਸ ਨੂੰ ਆਪਣੇ ਖਰਚੇ ਸੋਚ ਸਮਝ ਕੇ ਕਰਨੇ ਚਾਹੀਦੇ ਨੇ। ਬੜੇ ਇੰਡਸਟਰੀਅਲਿਸਟ ਵੀ ਆ ਚੁੱਕੇ ਨੇ ਕਿ ਸੋਚ ਸਮਝ ਕੇ ਖਰਚੇ ਕਰੋ ਜੀ। ਤੇ ਘਰੋਂ ਕੰਮ ਕਰਨਾ, ਇੱਕ ਹਾਈਬ੍ਰਿਡ ਮਾਡਲ 'ਚ ਕੰਮ ਕਰਨਾ ਕਿ ਤੁਸੀਂ ਜਦੋਂ ਤੁਹਾਨੂੰ ਲੋੜ ਆ ਤਾਂ ਆਫਿਸ ਜਾਓ, ਜਦੋਂ ਲੱਗੇ ਕਿ ਅੱਜ ਦਿਨ ਤੁਸੀਂ ਘਰੋਂ ਕਰ ਸਕਦੇ ਹੋ, ਜਦੋਂ ਤੁਸੀਂ ਘਰੋਂ ਕੰਮ ਕਰੋ। ਉਹ ਇੱਕ ਹਾਈਬ੍ਰਿਡ ਮਾਡਲ ਦਾ ਇਹੀ ਡੈਫੀਨੇਸ਼ਨ ਹੁੰਦੀ ਹੈ ਕਿ ਘਰੋਂ ਵੀ ਕੰਮ ਹੋਊਗਾ, ਆਫਿਸ ਤੋਂ ਵੀ ਕੰਮ ਹੋਊਗਾ। ਹੁਣ ਜੇ ਉਹ ਚੀਜ਼ ਨੂੰ ਵਰਬਲੀ ਤਾਂ ਕਮਿਟ ਕਰ ਰਹੀ ਹੈ ਸਾਡੇ ਇੰਪਲੋਇਰਸ, ਪਰ ਰਿਟਨ ਐਗਰੀਮੈਂਟ 'ਚ ਕਮਿਟ ਕਰਨ ਤੋਂ ਕਿਉਂ ਹਿਚਕਚਾ ਰਹੇ? ਦੈਟ ਮੀਨਸ ਡੂ ਦੇ ਹੈਵ ਅ ਹਿਡਨ ਏਜੰਡਾ? ਹੁਣ ਇਸ ਚੀਜ਼ ਦੇ ਉੱਪਰ ਆਪਾਂ ਨੂੰ ਕਲੈਰਿਟੀ ਸਰਕਾਰ ਦੇਵੇ ਜੀ। ਚਲੋ ਕੰਗ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਤੁਸੀਂ ਹਾਈਬ੍ਰਿਡ ਕੰਮ ਦੀ ਗੱਲ ਕੀਤੀ ਜਾਂ ਤੁਸੀਂ ਵਰਕ ਫਰੋਮ ਹੋਮ ਦੀ ਗੱਲ ਕੀਤੀ, ਕਿਤੇ ਨਾ ਕਿਤੇ ਅੱਜ ਕੱਲ੍ਹ ਕੰਗ ਸਾਹਿਬ ਜਿਹੜੇ ਸਕੈਮਸ ਦਾ ਨਾ, CRA ਦੇ ਸਕੈਮ ਬਹੁਤ ਜ਼ਿਆਦਾ ਹੋ ਰਹੇ ਨੇ। ਅਕਸਰ ਹੀ ਮੈਨੂੰ ਵੀ ਸਰੋਤਿਓ, ਤੁਹਾਡੇ ਨਾਲ ਵੀ ਐਵੇਂ ਹੁੰਦਾ ਹੋਵੇਗਾ ਵੀ ਦਿਹਾੜੀ ਦੇ 2-4 ਫੋਨ ਤਾਂ ਕਈ ਵਾਰੀ ਆ ਹੀ ਜਾਂਦੇ ਨੇ ਵੀ ਸਕੈਮਰਸ ਬੜੇ ਸਮਾਰਟ ਹੋ ਰਹੇ ਨੇ ਤੇ ਬੜੇ ਹੀ ਤਰੀਕਿਆਂ ਨਾਲ, ਇੱਦਾਂ ਦੇ ਤਰੀਕਿਆਂ ਨਾਲ ਬੰਦੇ ਨੂੰ ਫਸਾਉਂਦੇ ਨੇ। ਬੜਾ ਪੜ੍ਹਿਆ ਲਿਖਿਆ ਤੇ ਸੂਝਵਾਨ ਬੰਦਾ ਵੀ ਫਸ ਸਕਦਾ। ਤੇ ਤੁਹਾਨੂੰ ਕਿਤੇ ਨਾ ਕਿਤੇ ਸ਼ੰਕਾ ਨਹੀਂ ਹੁੰਦੀ ਵੀ ਇੰਨੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਜਦੋਂ ਕੋਈ ਆਪਣੇ ਘਰ 'ਚੋਂ ਡੀਲ ਕਰਦਾ ਵਾ, ਉਹ ਕਿਤੇ ਨਾ ਕਿਤੇ ਜਾਂ ਤਾਂ ਆਪਾਂ ਕਹਿੰਦੇ ਨੇ ਵੀ ਕੋਈ ਵੀ ਫੈਡਰਲ ਵਰਕਰ ਉਹਦੀ ਦੁਰਵਰਤੋਂ ਕਰੇ, ਪਰ ਹੋ ਸਕਦਾ ਉਹਦਾ ਮੂਡ ਮਹਿਕ ਹੋ ਜੇ ਜਾਂ ਕੋਈ ਫੈਮਿਲੀ ਮੈਂਬਰ ਇਹੋ ਜਿਹਾ ਹੋਵੇ ਜਿਹੜਾ ਇਨਫੋਰਮੇਸ਼ਨ ਲੀਕ ਕਰ ਦੇਵੇ, ਜਾਂ ਇਨਫੋਰਮੇਸ਼ਨ ਜਿਹੜੀ ਇੰਨੀ ਕੌਨਫੀਡੈਂਸ਼ੀਅਲ ਆ, ਹਰੇਕ ਕੈਨੇਡੀਅਨ ਦੀ ਇਨਫੋਰਮੇਸ਼ਨ CRA ਦੇ ਕੋਲ ਆ। ਤੁਹਾਨੂੰ ਕਿੰਨੀ ਇਹ ਵਾਜਬ ਲੱਗਦੀ ਆ? ਕਿਤੇ ਨਾ ਕਿਤੇ ਮੇਰੇ ਮਨ 'ਚ ਤਾਂ ਸ਼ੰਕਾ ਆਉਂਦੀ ਆ ਵੀ ਜਿਹੜਾ ਏਡੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਸਰਕਾਰੀ ਜਿਹੜੀਆਂ ਦਫ਼ਤਰ ਨੇ ਉਹਨਾਂ ਦੀਆਂ ਕੰਧਾਂ ਦੇ ਵਿਚਕਾਰ ਉਹਨਾਂ ਦੇ ਸਰਵਰਾਂ ਤੇ ਸਟੋਰ ਰਹਿਣੀ ਚਾਹੀਦੀ ਆ, ਇਸ ਤੇ ਤੁਸੀਂ ਕੀ ਕਹੋਗੇ? ਦੇਖੋ ਜੀ, ਇਹ ਮੈਂ ਤੁਹਾਡੇ ਬਾਦ ਸਾਹਿਬ ਇੱਕ ਚੀਜ਼ ਨੋਟਿਸ ਲੈ ਕੇ ਆਉਣਾ ਚਾਹੁੰਦਾ। ਤੁਹਾਡੀ ਗੱਲ ਜਮਾਂ ਹੀ ਐਬਸੋਲੂਟਲੀ ਕਰੈਕਟ ਆ ਕਿ
ਪ੍ਰਾਈਵੇਸੀ ਜੀ ਆਪਣੀ ਸਰਕਾਰ ਆਪਣਾ ਇੰਸਟੀਟਿਊਸ਼ਨ ਆ ਚਾਰਟਰ ਆਫ ਰਾਈਟਸ ਆ ਕਿ ਗਵਰਨਮੈਂਟ ਇੱਕ ਮੋਰਲ ਡਿਊਟੀ ਬਣਦੀ ਆ ਹਰ ਬੰਦੇ ਦੀ ਇਨਫੋਰਮੇਸ਼ਨ ਨੂੰ ਕੌਨਫੀਡੈਂਸ਼ੀਅਲ ਤੇ ਸਿਕਿਉਰ ਰੱਖੇ ਜੀ। ਡਿਊਰਿੰਗ ਕੋਵਿਡ ਟਾਈਮਸ ਜਦੋਂ ਸਾਰੇ ਘਰਾਂ 'ਚ ਲੋਕਡਾਊਨ ਸੀ, ਸਾਨੂੰ ਮੌਕਾ ਮਿਲਿਆ ਕਿ ਅਸੀਂ ਕੈਨੇਡੀਅਨਸ ਦੀ ਸਰਵ ਕਰ ਸਕੀਏ ਜਿੰਨਾ ਆਪਣੀ ਕੈਪੈਸਿਟੀ ਤੱਕ ਜੀ। ਉਦੋਂ ਗਵਰਨਮੈਂਟ ਨੇ ਇੱਕ ਡਿਸੀਜਨ ਲਿੱਤਾ ਸੀ ਕਿ ਅਸੀਂ ਕੁਝ ਪਾਰਟ ਆਫ ਦਾ ਜੌਬ ਪ੍ਰਾਈਵੇਟ ਫਰਮਸ ਨੂੰ ਡੈਲੀਗੇਟ ਕੀਤਾ ਜਾਵੇ ਜੀ, ਜੋ ਕਿ ਯੂਨੀਅਨ ਨੇ ਪੁਸ਼ ਬੈਕ ਕੀਤਾ ਐਂਡ ਇਟ ਵਾਸ ਅ ਵੈਰੀ ਹੌਟ ਟੌਪਿਕ, ਇਟ ਵਾਸ ਅ ਵੈਰੀ ਹੌਟ ਬਰਨਿੰਗ ਇਸ਼ੂ। ਯੂਨੀਅਨ ਨੇ ਅੱਗੇ ਆ ਕੇ ਪੁਸ਼ ਬੈਕ ਕੀਤਾ ਤਾਂ ਕਿ ਇਹ ਚੀਜ਼ ਗਵਰਨਮੈਂਟ ਤੋਂ ਹੱਥਾਂ ਤੋਂ ਬਾਹਰ ਨਾ ਜਾਵੇ, ਕਿਉਂਕਿ ਜੇ ਪ੍ਰਾਈਵੇਟ ਫਰਮਾਂ 'ਚ ਇੰਡੀਵਿਜੂਅਲ ਲੋਕਾਂ ਦੀ ਇਨਫੋਰਮੇਸ਼ਨ ਸਿਕਿਉਰਡ ਹੱਥਾਂ 'ਚ ਆ ਜਾਵੇ ਤਾਂ ਇਹ ਇੱਕ ਸੈਂਸ ਆਫ ਇਨਸਿਕਿਉਰਿਟੀ ਹੋਊ। ਜਿਵੇਂ ਤੁਸੀਂ ਉਹਨੇ ਰੇਜ਼ ਕੀਤਾ ਉਵੇਂ ਹੀ ਉਹ ਚੀਜ਼ ਨੂੰ ਪੁਸ਼ ਬੈਕ ਕਰਦੇ ਹੋਏ, ਜਿਵੇਂ ਅਸੀਂ ਇੰਪਲੋਈ ਆ, ਸਾਡੀ ਇੱਕ ਸਕਰੂਟਨੀ ਹੁੰਦੀ ਆ ਬਿਫੋਰ ਵੀ ਸਟਾਰਟ ਵਰਕਿੰਗ, ਸਾਡੀ ਇੱਕ ਪ੍ਰੋਪਰ ਸਕਰੂਟਨੀ ਹੁੰਦੀ ਆ। ਹੁਣ ਉਸ ਤੋਂ ਬਾਅਦ ਦੇਰ ਆਰ ਸਰਟਨ ਕੰਡੀਸ਼ਨ ਕ੍ਰਾਈਟੇਰੀਆ, ਜੇ ਤੁਸੀਂ ਘਰੋਂ ਵੀ ਕੰਮ ਕਰਦੇ ਹੋ ਕਿ ਜੋ ਤੁਸੀਂ ਕਨੈਕਟ ਕਰਦੇ ਹੋ, ਕੋਸ਼ਿਸ਼ ਹੁੰਦੀ ਆ ਵਾਈਫਾਈ ਤੋਂ ਜ਼ਿਆਦਾ ਈਥਰਨੈਟ ਨਾਲ ਕਨੈਕਟ ਕਰਕੇ ਜੋ ਤੁਹਾਡੇ ਮੋਡਮ ਆ, 2 ਡਿਫਰੈਂਟ ਮੋਡਮ ਹੋਣੇ ਚਾਹੀਦੇ ਨੇ। ਜੇ ਤੁਹਾਡੇ ਕੋਲ ਇਕੱਲਾ ਇੱਕ ਮੋਡਮ ਆ, ਸਾਡੇ ਅੰਦਰ ਵੀ 2 to 3 ਫੈਕਟਰ ਆਫ ਸਿਕਿਉਰਿਟੀ ਆਥੈਂਟੀਕੇਸ਼ਨ ਹੈਗੇ ਨੇ ਨਾ। ਮੈਂ ਹੁਣ ਆਈਟੀ ਬੈਕਗ੍ਰਾਉਂਡ ਤੋਂ ਬਿਲੋਂਗ ਕਰਦਾ ਨਹੀਂ ਆ, WhatsApp ਤੁਸੀਂ ਇਹ ਚੀਜ਼ ਤੇ ਜ਼ਿਆਦਾ ਜਾਣਦੇ ਹੋ, ਲੇਕਿਨ ਸਾਡੇ ਅੰਦਰ ਵੀ ਕਈ ਸਰਵਰਸ ਨੇ, VPNs ਨੇ, ਇਨਸਿਕਿਉਰ ਐਪਲੀਕੇਸ਼ਨਸ ਕਹਿ ਲਓ ਜਾਂ ਟੂਲਸ ਕਹਿ ਲਓ, ਜੀ ਸਾਨੂੰ ਮਲਟੀਪਲ ਲੌਗਇਨ ਕਰਨਾ ਪੈਂਦਾ। ਜਦੋਂ ਮਲਟੀਪਲ ਲੌਗਇਨ ਹੁੰਦਾ ਸਾਡੇ ਸਰਵਰ 'ਚੋਂ ਇਨਫੋਰਮੇਸ਼ਨ ਜਾਂਦੀ ਆ ਕਿ ਇਹ ਪਰਸਨ ਇੰਨੇ ਵਜੇ ਲੌਗਇਨ ਹੋ ਚੁੱਕਿਆ ਤੇ ਇਹਨੇ ਆਪਣਾ ਕੰਮ ਸ਼ੁਰੂ ਕਰ ਲਿਆ ਜੀ। ਤਾਂ ਉਹ ਚੀਜ਼ ਮੇਰੇ ਹਿਸਾਬ ਨਾਲ ਤਾਂ ਹਜੇ ਫੁੱਲੀ ਸਿਕਿਉਰਡ ਆ ਤੇ ਉਹ ਅੰਡਰ ਦੀ ਸੁਪਰਵਿਜ਼ਨ ਆਫ ਦਾ ਗਵਰਨਮੈਂਟ ਐਂਡ ਦਾ ਗਵਰਨਮੈਂਟ ਬੋਡੀਜ਼ ਆ ਜੀ। ਚਲੋ ਇਸ ਦੀ ਮੈਂ ਤੁਹਾਡੀ ਕਦਰ ਕਰਦਾ ਵੀ ਤੁਸੀਂ ਕਲੈਰੀਫਾਈ ਕੀਤਾ, ਸਾਡੇ ਸਰੋਤਿਆਂ ਨੂੰ ਦੱਸਿਆ ਵੀ ਕਿਉਂਕਿ ਬੜਾ ਡੀਫੇਮ ਕੀਤਾ ਜਾ ਰਿਹਾ ਯੂਨੀਅਨ ਨੂੰ ਸਾਡੇ ਨੈਸ਼ਨਲ ਮੀਡੀਆ ਵੱਲੋਂ। ਤੁਸੀਂ ਇੱਕ ਸੱਚ ਦੀ ਆਵਾਜ਼ ਬਣ ਕੇ, ਸਾਡਾ ਪ੍ਰੋਗਰਾਮ ਦਾ ਨਾਮ ਹੀ ਸੱਚ ਦੀ ਆਵਾਜ਼ ਆ, ਸਾਡਾ ਕੰਮ ਇਹ ਆ ਵੀ ਜੋ ਵੀ ਸੱਚ ਹੈਗਾ ਅਸੀਂ ਛਾਣਬੀਨ ਕਰਕੇ ਆਪਦੇ ਸਰੋਤਿਆਂ ਨਾਲ ਉਹਦੀ ਸਾਂਝ ਜ਼ਰੂਰ ਪਾਈਦੀ ਆ ਤੇ ਇਸ ਚੀਜ਼ ਬਾਰੇ ਚਰਚਾ ਕਰੀਦੀ ਆ। ਆਪਾਂ ਅੱਗੇ ਵਧਦੇ ਹਾਂ। ਬੜੀਆਂ ਸਿਆਸੀ ਰੋਟੀਆਂ ਇਸ ਚੀਜ਼ ਦੇ ਉੱਤੇ ਸੇਕੀਆਂ ਜਾ ਰਹੀਆਂ ਵੀ ਹਰ ਲੀਡਰ ਬੜੇ ਵੱਖਰੇ ਵੱਖਰੇ ਬਿਆਨ ਦੇ ਰਿਹਾ ਵਾ ਵੀ ਐਡੀ ਵੱਡੀ ਸਟ੍ਰਾਈਕ, ਕਿਉਂਕਿ ਜਿਹੜੇ ਲੀਡਰ ਨੇ ਉਹ ਸਟ੍ਰਾਈਕ ਨੂੰ ਫੈਡਰਲ ਵਰਕਰਸ ਤਾਂ ਦੇਖਦੇ ਹੀ ਦੇਖਦੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ 1,55,000 ਪਲੱਸ ਵੋਟਰ ਵੀ ਦਿਖਦਾ, ਉਹਨਾਂ ਨੂੰ ਕਿਤੇ ਨਾ ਕਿਤੇ 1,55,000 ਪਲੱਸ ਫੈਮਲੀਜ਼ ਵੀ ਦਿਖਦੀਆਂ। ਕਿਤੇ ਨਾ ਕਿਤੇ ਹਰ ਲੀਡਰ ਹੀ ਮੈਂ ਦੇਖ ਰਿਹਾ ਸਭ ਬੜਾ ਹੀ ਸੋਚ ਵਿਚਾਰ ਕੇ ਬੜੀ ਹੀ ਬੁੱਧੀ ਦੇ ਨਾਲ ਇਸ ਚੀਜ਼ ਦਾ ਜਵਾਬ ਦੇ ਰਿਹਾ ਤੇ ਜੇ ਕੋਈ ਇਸ ਸਿਚੁਏਸ਼ਨ ਨੂੰ ਯੂਜ਼ ਵੀ ਕਰ ਰਿਹਾ ਵਾ ਤੇ ਬੜੇ ਤਰੀਕੇ ਨਾਲ ਵਰਤ ਰਿਹਾ। ਕੰਗ ਸਾਹਿਬ ਜਗਮੀਤ ਸਿੰਘ ਜੀ ਹੋਣੀ ਸਾਡੇ ਬੜੇ ਮਾਨਯੋਗ ਲੀਡਰ ਨੇ, ਆਪਾਂ ਬੀਤੇ ਦਿਨ ਵੀ ਉਹਨਾਂ ਦਾ ਬਿਆਨ ਦੱਸਿਆ ਸੀ ਵੀ ਓਪਨਲੀ ਉਹਨਾਂ ਨੇ ਪ੍ਰੈਸ ਨੂੰ ਵੀ ਐਡਰੈਸ ਕੀਤਾ ਤੇ ਪੀਸ ਐਕਸ ਦੇ ਵਰਕਰਸ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਓਟਵਾ ਦੀਆਂ ਗਲੀਆਂ ਦੇ ਉੱਤੇ, ਉਹਨਾਂ ਨਾਲ ਵੀ ਗੱਲਬਾਤ ਕਰਦਿਆਂ ਕਿਹਾ ਵੀ ਅਸੀਂ ਕਦੀ ਵੀ ਬੈਕ ਟੂ ਵਰਕ ਲੈਜਿਸਲੇਸ਼ਨ ਨਹੀਂ ਲੈ ਕੇ ਆਵਾਂਗੇ, ਜੇ ਲਿਬਰਲਸ ਲੈ ਕੇ ਵੀ ਆਉਂਦੇ ਨੇ ਤੇ ਅਸੀਂ ਕਦੀ ਉਹਦੀ ਸਪੋਰਟ ਨਹੀਂ ਕਰਾਂਗੇ। ਆਪਾਂ ਨਹੀਂ ਚਾਹੁੰਦੇ ਵੀ ਸਿਚੁਏਸ਼ਨ ਇੱਥੋਂ ਤੱਕ ਪਹੁੰਚੇ ਵੀ ਜਿਹੜੀ ਸਰਕਾਰ ਆ ਫੋਰਸਫੁਲੀ ਬੈਕ ਟੂ ਵਰਕ ਲੈਜਿਸਲੇਸ਼ਨ ਲੈ ਕੇ ਆਵੇ। ਸਰੋਤਿਓ ਮੈਂ ਤੁਹਾਨੂੰ ਸਮਝਾ ਚੁੱਕਿਆ ਆਪਣੇ ਪ੍ਰੋਗਰਾਮ ਦੇ ਦੌਰਾਨ ਵੀ ਬੈਕ ਟੂ ਵਰਕ ਲੈਜਿਸਲੇਸ਼ਨ ਹੈ ਕੀ। ਇਹ ਬੜਾ ਹੀ ਕਾਲਾ ਕਾਨੂੰਨ ਆ, ਬੜੀ ਕਾਲੀ ਲੈਜਿਸਲੇਸ਼ਨ ਆ ਜਿਹੜੀ ਸਰਕਾਰ ਸਮੇਂ-ਸਮੇਂ ਸਿਰ ਇਹਦੀ ਵਰਤੋਂ ਕਰ ਰਹੀ ਆ ਕਿ ਕਰ ਚੁੱਕੀ ਆ ਪਾਸਟ ਦੇ ਵਿੱਚ। ਆਪਾਂ ਉਦੋਂ ਚਾਨਣਾ ਪਾਇਆ ਸੀ ਵੀ ਕੰਜ਼ਰਵੇਟਿਵਸ ਨੇ ਵੀ ਇਹਦੀ ਵਰਤੋਂ ਕੀਤੀ, ਕਿਤੇ ਨਾ ਕਿਤੇ ਲਿਬਰਲਸ ਨੇ ਵੀ ਇਹਦੀ ਵਰਤੋਂ ਕੀਤੀ। ਲਿਬਰਲਸ ਦਾ ਡਾਟਾ ਜਿਹੜਾ ਸਾਡੇ ਸਾਹਮਣੇ ਆ ਵੀ ਕੈਨੇਡਾ ਪੋਸਟ ਦੀ ਸਟ੍ਰਾਈਕ ਹੋਈ ਸੀ 2018 ਦੇ ਵਿੱਚ ਤੇ ਉਹਨਾਂ ਨੇ ਦੇਖਿਆ ਵੀ 15 ਕੁ ਦਿਨਾਂ ਬਾਅਦ ਪਾਰਸਲ ਬੜੇ ਪਾਈਲ ਅਪ ਹੋਣ ਲੱਗ ਪਏ ਆ ਵੀ ਬੜੇ ਜਿਹੜੇ ਲੋਕਾਂ ਨੂੰ ਨਵੇਂ ਸਾਲ ਦਾ ਉਦੋਂ ਟਾਈਮ ਸੀ, ਕ੍ਰਿਸਮਸ ਹੌਲੀਡੇਜ਼ ਚੱਲ ਰਹੀ ਸੀ ਵੀ ਉਹਨਾਂ ਨੂੰ ਉਹਨਾਂ ਦੇ ਪੈਕੇਜ ਮੇਲਸ ਨਹੀਂ ਮਿਲ ਰਹੀਆਂ। ਸਰਕਾਰ ਨੇ ਬੈਕ ਟੂ ਵਰਕ ਲੈਜਿਸਲੇਸ਼ਨ ਲਿਆ ਕੇ ਹਾਊਸ ਆਫ ਕਾਮਨਸ ਦੇ ਵਿੱਚ ਜਿਹੜੀ 5 ਦਿਨਾਂ ਬਾਅਦ ਪਾਸ ਕਰ ਦਿੱਤੀ ਸੀ ਤੇ ਵਰਕਰਸ ਨੂੰ ਫੋਰਸਫੁਲੀ ਵਾਪਸ ਜਾਣਾ ਪਿਆ ਸੀ ਕੰਮ ਤੇ। ਫਿਰ ਇਸ ਤੋਂ ਅੱਗੇ ਵਧਦਿਆਂ ਉਸੇ ਹੀ ਸਾਲ ਦੇ ਦੌਰਾਨ ਸੀਪੀ ਰੇਲ ਨੇ ਸਟ੍ਰਾਈਕ ਕੀਤੀ ਸੀ ਤੇ ਉਦੋਂ ਵੀ ਲਿਬਰਲ ਦੀ ਸਰਕਾਰ ਸੀ, ਇਹਨਾਂ ਨੇ ਮੈਜੋਰਿਟੀ ਸੀਗੀ ਉਦੋਂ ਇਹਨਾਂ ਦੀ ਸਰਕਾਰ ਦੀ, ਇਹਨਾਂ ਨੇ ਬੈਕ ਟੂ ਵਰਕ ਲੈਜਿਸਲੇਸ਼ਨ ਲਿਆ ਕੇ ਉਹਨਾਂ ਨੂੰ ਵੀ ਵਾਪਸ ਲੈ ਗਏ। ਤੇ ਲਿਬਰਲ ਦੀ ਹਿਸਟਰੀ ਇਹ ਵੀ ਕਹਿੰਦੀ ਆ ਵੀ ਉਦੋਂ 에ਅਰ ਕੈਨੇਡਾ ਦੇ ਜਦੋਂ ਫਲਾਈਟ ਅਟੈਂਡੈਂਟਸ ਨੇ ਸਟ੍ਰਾਈਕ ਕੀਤੀ ਸੀ, ਇਹਨਾਂ ਨੇ ਉਦੋਂ ਵੀ ਬੈਕ ਟੂ ਵਰਕ ਲੈਜਿਸਲੇਸ਼ਨ ਲਿਆ ਕੇ ਤੇ ਵਰਕਰਸ ਨੂੰ ਫੋਰਸਫੁਲੀ ਕੰਮ ਤੇ ਵਾਪਸ ਲੈ ਕੇ ਗਏ ਸੀ। ਕਿਤੇ ਨਾ ਕਿਤੇ ਯੂਨੀਅਨ ਕੀ ਸੋਚਦੀ ਆ ਤੇ ਯੂਨੀਅਨ ਦੀ ਵਿਉਂਤਬੰਦੀ ਕੀ ਆ ਕੰਗ ਸਾਹਿਬ, ਇਹਦੇ ਬਾਰੇ ਜ਼ਰੂਰ ਚਾਨਣਾ ਪਾਓ ਵੀ ਕਿਹੜੇ ਪੋਲੀਟੀਕਲ ਲੀਡਰਸ ਨੇ ਤੁਹਾਨੂੰ ਸਪੋਰਟ ਕੀਤਾ ਵਾ ਤੇ ਤੁਹਾਨੂੰ ਕਿਵੇਂ ਲੱਗਦਾ ਵੀ ਜੇ ਇਹ ਸਥਿਤੀ ਇੱਥੋਂ ਤੱਕ ਜਾ ਸਕਦੀ ਆ ਵੀ ਸਰਕਾਰ ਬੈਕ ਟੂ ਵਰਕ ਲੈਜਿਸਲੇਸ਼ਨ ਲੈ ਕੇ ਆਊਗੀ। ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਜਗਮੀਤ ਸਿੰਘ NDP ਦਾ, ਜਿਨ੍ਹਾਂ ਨੇ ਖੁੱਲ੍ਹ ਕੇ ਆ ਕੇ ਸਾਨੂੰ ਸਪੋਰਟ
ਦਿੱਤੀ ਕਿ ਅਸੀਂ ਤੁਹਾਡੇ ਨਾਲ ਆ, ਜਿਵੇਂ ਤੁਹਾਡੀ ਨੈਗੋਸ਼ੀਏਸ਼ਨ ਚੱਲ ਰਹੀ ਆ, ਅਸੀਂ ਉਹਨਾਂ ਨੂੰ ਉਹ ਨੈਗੋਸ਼ੀਏਸ਼ਨ ਦੇ ਵਿੱਚ ਅਸੀਂ ਇੰਟਰਫੇਅਰ ਨਹੀਂ ਕਰਾਂਗੇ ਤੇ ਨੈਗੋਸ਼ੀਏਸ਼ਨ ਚੱਲਣੀ ਚਾਹੀਦੀ ਜੋ ਕਿ ਤੁਹਾਡਾ ਰਾਈਟ ਆ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਕੋਈ ਇਹੋ ਜਿਹਾ ਕਾਨੂੰਨ ਆਉਂਦਾ ਦੇ ਵਿਲ ਪੁਸ਼ ਬੈਕ ਇਨ ਦਾ ਪਾਰਲੀਮੈਂਟ, ਇਨ ਦਾ ਹਾਊਸ ਆਫ ਦਾ ਕਾਮਨਸ। ਤੇ ਹੁਣ ਦੇਖੋ ਜੀ, ਹੁਣ ਮੈਂ ਜ਼ਿਆਦਾ ਪੋਲੀਟਿਕਲੀ ਇਹਦੇ ਵਿੱਚ ਡੀਪ ਨਹੀਂ ਜਾਣਾ ਚਾਹੁੰਦਾ। ਯੈਸ, ਪਿਛਲੀ ਕੁਝ ਟਾਈਮਾਂ ਤੇ ਇਹਨਾਂ ਨੇ, ਜਦੋਂ ਇਹ ਸਰਕਾਰ ਮੈਜੋਰਿਟੀ 'ਚ ਸੀਗੀ, ਇਹਨਾਂ ਨੇ ਉਹ ਬੈਕ ਟੂ ਵਰਕ ਲੈਜਿਸਲੇਸ਼ਨ ਲੈ ਕੇ ਆਏ ਸੀਗੇ ਐਂਡ they were able to succeed, ਉਹ ਕਾਮਯਾਬ ਵੀ ਹੋਏ ਸੀ ਬਿਕੋਜ਼ ਸਿੰਗਲ ਯੂਨੀਅਨ ਸੀ। ਪਰ ਰਾਈਟ ਨਾਓ they are not only working with one union। ਜੀ ਮੈਂ ਤੁਹਾਨੂੰ ਕਲੀਅਰ ਕਰ ਦਿਆਂ 28 ਸਾਨੂੰ ਇਹ ਲੱਗਦਾ CRA, ਕਿਉਂਕਿ ਆਪਣੇ ਜਿਹੜੇ ਸਰੋਤਾ ਸੁਣਨ ਵਾਲੇ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਕੰਸਰਨ ਇਮੀਗ੍ਰੇਸ਼ਨ ਤੇ CRA ਦੇ ਨਾਲ ਹੀ ਜ਼ਿਆਦਾ ਲੱਗਿਆ ਰਹਿੰਦਾ ਹੈ ਕਿ ਇੱਥੇ ਇਹਨਾਂ ਦੀ ਜ਼ਿਆਦਾ ਇਹਨਾਂ ਦਾ ਇੰਟਰੈਕਸ਼ਨ ਰਹਿੰਦਾ, ਇਸ ਲਈ ਟੂ ਕਾਮਨ ਹੈ। ਲੇਕਿਨ मैं clear करना चाहूँगा we are 28 federal departments on strike, which is approximately 50% of the total Canadian workforce जो strike च गई है। ते यह कनेडा के इतिहास की सब तो बड़ी strike आ। Whatever the ruling party will make a decision, they have to be very careful because we are not gonna sit quiet। असी चुप नहीं बैठांगे, जे वो push करनगे ਤਾਂ देयर विल बी अ काउंटर एक्शन ऑन आवर एंड। ਅੱਜ ਸਭ ਤੋਂ ਪਹਿਲਾ ਐਗਜ਼ਾਮਪਲ ਦੇਖਾ ਗਿਆ ਜਦੋਂ ਸਾਡੀ ਯੂਨੀਅਨ ਨੇ ਸਾਡੀ ਟੌਪ ਅਪ ਪੇ ਵਧਾਈ ਆ ਜੀ। ਗਵਰਨਮੈਂਟ ਜੇ ਇਹ ਸੋਚਦੀ ਹੈ ਕਿ ਅਸੀਂ ਇਹਨੂੰ ਖਿੱਚਾਂਗੇ, ਅਸੀਂ ਇਹਨੂੰ ਹੌਲੀ ਹੌਲੀ ਲੈਜਿਸਲੇਸ਼ਨ 'ਚ ਲੈ ਕੇ ਆਵਾਂਗੇ ਤੇ ਯੂਨੀਅਨ ਉਹ ਪ੍ਰੈਸ਼ਰ 'ਚ ਆ ਜੂ ਦੱਬ ਜੂਗੀ। ਨੋ, ਨਾਟ ਐਟ ਆਲ। ਅਸੀਂ ਪ੍ਰੈਸ਼ਰ 'ਚ ਦੱਬਣ ਵਾਲੇ ਨਹੀਂ। ਸਾਨੂੰ ਲੱਗਦਾ ਸਾਡੀ ਦੋ ਜਿਹੜੀ ਸਭ ਤੋਂ ਬੜੀ ਮੰਗਾਂ ਨੇ ਕਿ 13.5% ਜੋ ਕਿ ਕ੍ਰਿਸ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ, ਕ੍ਰਿਸ ਐਲਵਰਡ ਨੇ, ਉਹਨਾਂ ਨੇ ਕਲੀਅਰ ਐਂਡ ਕੱਟ ਕਹਿਤਾ ਕਿ ਲੈਟਸ ਸਿਟ ਐਂਡ ਟਾਕ, ਲੈਟਸ ਕਮ ਟੂ ਅ ਕਾਮਨ ਗਰਾਊਂਡ ਜੀ। ਪਰ ਜੇ ਹੁਣ ਉਹ ਆਪਣੇ ਪਰਟੀਕੂਲਰ ਜੋ ਉਹ ਸਾਨੂੰ ਦੇ ਰਹੇ ਨੇ ਰੇਟ ਆਫ ਇੰਟਰਸਟ, ਜੋ ਸਾਨੂੰ ਮਤਲਬ ਸਾਨੂੰ ਜੋ ਵੇਜ ਹਾਈਕ ਇੰਟਰਸਟ ਦੇ ਰਹੇ ਨੇ, ਤੇ ਜੇ ਉਹਨਾਂ ਚੋਂ ਨੱਜ ਜੋ ਉਸ ਚੀਜ਼ ਤੋਂ ਅੱਗੇ ਨਹੀਂ ਆਉਣ ਦੀ ਕੋਸ਼ਿਸ਼ ਕਰ ਰਹੇ, ਤਾਂ ਇਹ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹਦੇ ਕੌਨਸੀਕੁਐਂਸਿਸ ਵੀ ਨੇ। ਵੀ ਆਰ ਵਿਲਿੰਗ ਟੂ ਸਟ੍ਰੈਚ ਆਰ ਸਟ੍ਰਾਈਕ। ਜੇ ਉਹ ਸਾਡੀ ਡਿਮਾਂਡਾਂ ਨੂੰ ਪੂਰੀ ਨਹੀਂ ਕਰਦੇ ਜਾਂ ਤਾਂ ਬਹਿ ਕੇ ਇੱਕ ਕਾਮਨ ਗਰਾਊਂਡ 'ਚ ਆ ਕੇ ਸੋਲੂਸ਼ਨ ਨਹੀਂ ਦਿੰਦੇ ਸਾਨੂੰ। ਜੀ ਕੰਗ ਸਾਹਿਬ, ਮੈਂ ਇਹਦੀ ਸੰਜੀਦਗੀ ਦਰਾ ਦਿਆਂ ਸਰੋਤਿਆਂ ਨਾਲ ਵੀ ਬੈਕ ਟੂ ਵਰਕ ਲੈਜਿਸਲੇਸ਼ਨ ਅਸੀਂ ਵੀ ਕਿਸੇ ਵੀ ਹਾਲਾਤ ਦੇ ਵਿੱਚ ਇਹਦੀ ਹਮਾਇਤ ਨਹੀਂ ਕਰਦੇ। ਅਸੀਂ ਨਹੀਂ ਚਾਹੁੰਦੇ ਵੀ ਇਹ ਇੱਕ ਸਰਕਾਰ ਕੋਲੇ ਵੈਪਨ ਆ, ਵੀ ਇਹ ਕਾਲਾ ਕਾਨੂੰਨ ਆ, ਵੀ ਜਦੋਂ ਧੱਕੇ ਨਾਲ ਵਰਕਰਸ ਨੂੰ ਵਾਪਸ ਲੈ ਕੇ ਆਇਆ ਜਾਂਦਾ। ਇਹ ਸਾਡੇ ਕੈਨੇਡੀਅਨ ਚਾਰਟਰ ਰਾਈਟਸ ਦੀ ਵਾਇਓਲੇਸ਼ਨ ਆ, ਸਾਡੇ ਫੰਡਾਮੈਂਟਲ ਰਾਈਟਸ ਦੀ ਵਾਇਓਲੇਸ਼ਨ ਆ, ਇਹ ਸਾਡੀ ਡੈਮੋਕ੍ਰੇਸੀ ਦੀ ਵਾਇਓਲੇਸ਼ਨ ਆ। ਅਸੀਂ ਕਦੀ ਵੀ ਨਹੀਂ ਚਾਹੁੰਦੇ ਵੀ ਹਾਲਾਤ ਇੱਥੋਂ ਤੱਕ ਪਹੁੰਚਣ। ਕੰਗ ਸਾਹਿਬ, ਸਮਾਂ ਬਹੁਤੀ ਇਜਾਜ਼ਤ ਨਹੀਂ ਦੇ ਰਿਹਾ, ਸਮਾਪਤੀ ਵੱਲ ਬੜੀ ਤੇਜ਼ੀ ਨਾਲ ਵੱਧ ਗਿਆ ਤੇ ਹੱਲੇ ਬੜੇ ਸਾਰੇ ਸਵਾਲ ਸਨ ਜਿਹੜੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸਾਂ ਤੇ ਬੜੀਆਂ ਹੀ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਸਾਂ, ਪਰ ਅੱਜ ਸਮਾਂ ਉਹਦੀ ਇਜਾਜ਼ਤ ਨਹੀਂ ਦੇ ਰਿਹਾ। ਤੇ ਮੈਂ ਸਰੋਤਿਆਂ ਤੋਂ ਇੱਕ ਵਾਰੀ ਫੇਰ ਮਾਫੀ ਚਾਹੁੰਦਾ ਵਾਂ ਵੀ ਤੁਹਾਡੀਆਂ ਜਿਹੜੀਆਂ ਅਸੀਂ ਕਾਲਾਂ ਵਾ ਅੱਜ ਨਹੀਂ ਲੈ ਪਾਏ। ਮੈਂ ਕੋਸ਼ਿਸ਼ ਕਰਾਂਗਾ, ਕੰਗ ਸਾਹਿਬ ਹੁਣੀ ਬਹੁਤ ਬਿਜ਼ੀ ਰਹਿੰਦੇ ਨੇ, ਵੀ ਕਿਤੇ ਨਾ ਕਿਤੇ ਜੇ ਸ਼ੁੱਕਰਵਾਰ ਨੂੰ ਸਾਨੂੰ ਥੋੜਾ ਜਿਹਾ ਸਮਾਂ ਦੇ ਦੇਣ ਤੇ ਉਦੋਂ ਆਪਾਂ ਤੁਹਾਡੇ ਸਵਾਲ ਵੀ ਜਿਹੜੇ ਸਟੂਡੀਓ 'ਚ ਜ਼ਰੂਰ ਲੈ ਸਕੀਏ ਤੇ ਇਹ ਸਾਨੂੰ ਕਿਤੇ ਨਾ ਕਿਤੇ ਵਚਨਬੰਦ ਹੋਣ ਵੀ ਜੇ ਆਪਾਂ ਚਾਹੁੰਦੇ ਹਾਂ ਵੀ ਸਟ੍ਰਾਈਕ ਖਤਮ ਹੋ ਜੇ ਤੇ ਅਗਲੀ ਵਾਰੀ ਇਹ ਖੁਸ਼ੀ ਦੀ ਲਹਿਰ ਲੈ ਕੇ ਆਉਣ। ਪਰ ਜੇ ਕੋਈ ਤੁਹਾਡੇ ਕੋਈ ਵੀ ਸਵਾਲ ਆ, ਤੁਸੀਂ ਮੈਨੂੰ ਗੁਰਜੀਤ ਸਿੰਘ ਬਾਠ ਨੂੰ 2896598170 ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਮੈਂ ਕੰਗ ਸਾਹਿਬ ਉਹਨਾਂ ਨੂੰ ਪੁੱਛ ਲਵਾਂਗਾ। ਜੀ ਕੰਗ ਸਾਹਿਬ ਅਲਵਿਦਾ ਆਖੋ ਆਪਣੇ ਸਰੋਤਿਆਂ ਨੂੰ। ਧੰਨਵਾਦ ਹਮਦਰਦ ਮੀਡੀਆ ਗਰੁੱਪ ਦਾ, ਧੰਨਵਾਦ ਬਾਠ ਸਾਹਿਬ ਮੈਨੂੰ ਇਹ ਮੌਕਾ ਦੇਣ ਦਾ। ਮੈਂ ਆਪਣੇ ਵਾਈਸ ਪ੍ਰੈਜ਼ੀਡੈਂਟ ਜੀਨਾ ਹੈਗਨਰ ਦਾ ਵੀ ਧੰਨਵਾਦ ਕਰਦਾ ਹੈਗਾ। ਓਬਵੀਅਸਲੀ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਆਉਂਦੀ, ਬਟ ਉਹਨਾਂ ਨੇ ਹੀ ਜਿਨ੍ਹਾਂ ਨੇ ਮੈਨੂੰ ਗੋ ਗ੍ਰੀਨ ਸਿਗਨਲ ਦਿੱਤਾ ਕਿ ਜਾਓ ਤੇ ਆਪਣੇ ਪੰਜਾਬੀ ਸਰੋਤਿਆਂ ਨਾਲ, ਜੋ ਕਿ ਇੱਕ ਵੱਧਦੀ ਗਿਣਤੀ ਆਪਣੀ ਜਿਹੜੀ ਮਾਂ ਬੋਲੀ ਆ, ਜੋ ਕਿ ਹੁਣ ਕੈਨੇਡਾ 'ਚ ਬਹੁਤ ਤਰੀਕੇ ਨਾਲ ਬਹੁਤ ਪੋਜ਼ਿਟਿਵਲੀ ਫੈਲ ਰਹੀ ਹੈ, ਬੜੀ ਹੁਣ ਇੰਗਲਿਸ਼ ਤੇ ਵੀ ਬਰਾਬਰੀ ਕਹਿ ਲਓ ਇੱਕ ਤਰੀਕੇ ਨਾਲ ਆ ਰਹੀ ਕਈ ਜਗ੍ਹਾ 'ਚ। ਤੇ ਮੈਂ ਇਸ ਚੀਜ਼ ਦਾ ਸ਼ੁਕਰਾਨਾ ਕਿ ਸਾਡਾ ਪਰਪਸ ਇਹੀ ਆ ਕਿ ਸਾਨੂੰ ਪਤਾ ਦੇਰ ਇਜ਼ ਇਨਕਨਵੀਨੀਅੰਸ ਹੋ ਰਹੀ ਆ। ਤੁਸੀਂ ਇਕੱਲੇ ਨਹੀਂ ਹੈ, ਕੈਨੇਡੀਅਨਸ ਇਕੱਲੇ ਨਹੀਂ ਹੈ, ਅਸੀਂ ਵੀ ਉਹ ਦੌਰ ਤੋਂ ਜਾ ਰਹੇ ਹਾਂ ਤੇ ਅਸੀਂ ਖੁਦ ਚਾਹੁੰਦੇ ਹਾਂ ਕਿ ਸਟ੍ਰਾਈਕ ਜਲਦ ਤੋਂ ਜਲਦ ਓਵਰ ਹੋ ਜਾਵੇ। ਜੀ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਬਾਠ। ਫਿਰ ਮਿਲਾਂਗੇ ਅਗਲੇ ਪ੍ਰੋਗਰਾਮ 'ਚ ਸੱਚ ਦੀ ਆਵਾਜ਼।